ਅੱਜ ਸਮਾਜਿਕ ਦੀ ਕਲਾਸ ਵਿੱਚ ਫਿਰ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਆਪਾਂ 9ਵੀਂ ਜਮਾਤ ਦਾ ਅਰਥ ਸ਼ਾਸਤਰ ਦਾ ਪਾਠ ਪਹਿਲਾ ਇੱਕ ਪਿੰਡ ਦੀ ਕਹਾਣੀ ਉਹਦੇ ਅਭਿਆਸ ਦੇ ਜਿਹੜੇ ਪ੍ਰਸ਼ਨ ਉੱਤਰ ਹੁੰਦੇ ਨੇ ਉਹ ਕਰਾਂਗੇ। ਔਰ ਉਸ ਤੋਂ ਪਹਿਲਾਂ ਅਸੀਂ ਇਸ ਪਾਠ ਨੂੰ ਸਮਝਣ ਦੀ ਮਾਈਂਡ ਮੈਪਾਂ ਅਤੇ ਤਸਵੀਰਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਬੱਚੋ ਇੱਕ ਪਿੰਡ ਦੀ ਕਹਾਣੀ, ਜਿਵੇਂ ਕਿ ਅਸੀਂ ਆਪਦੇ ਰੋਜ਼ਾਨਾ ਜਿਹੜਾ ਜੀਵਨ ਆ ਜਿਹੜਾ ਜਿਉਂਦੇ ਹਾਂ ਉਹਦੇ ਵਿੱਚ ਸਾਨੂੰ ਕਿੰਨੀਆਂ ਹੀ ਚੀਜ਼ਾਂ ਦੀ ਲੋੜ ਪੈਂਦੀ ਹੈ। ਜਿਵੇਂ ਸਾਨੂੰ ਆਪਦਾ ਭੁੱਖ ਨੂੰ ਖ਼ਤਮ ਕਰਨ ਲਈ ਭੋਜਨ, ਆਪਣੇ ਸਰੀਰ ਨੂੰ ਢੱਕਣ ਲਈ ਕੱਪੜੇ, ਪੀਣ ਲਈ ਪਾਣੀ, ਰਹਿਣ ਵਾਸਤੇ ਘਰ ਅਤੇ ਆਉਣ ਜਾਣ ਲਈ ਸਾਨੂੰ ਕਾਰ, ਮੋਟਰਸਾਈਕਲ ਆਦਿ, ਅਤੇ ਸਾਨੂੰ ਮਨੋਰੰਜਨ ਲਈ ਟੈਲੀਵਿਜ਼ਨ, ਮੋਬਾਈਲ ਆਦਿ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਇਸ ਦੇ ਵਿੱਚ ਅਸੀਂ ਜਿਹੜੀਆਂ ਇੰਨੀਆਂ ਸਾਡੀਆਂ ਲੋੜਾਂ ਨੇ ਉਹਨਾਂ ਦਾ ਬਾਰੇ ਅਧਿਐਨ ਕਰਾਂਗੇ। ਤਾਂ ਅਗਲੇ ਸਾਡੀ ਜਿਹੜੀ ਸਲਾਈਡ ਹੈ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਕਿ ਸਾਧਨ ਸਾਡੇ ਉਹ ਹੁੰਦੇ ਨੇ, ਉਹ ਵਸਤਾਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੇ ਆ, ਉਹਨਾਂ ਨੂੰ ਸਾਧਨ ਕਹਿੰਦੇ ਆ। ਬੱਚੋ, ਸਾਡੀਆਂ ਲੋੜਾਂ ਨੇ ਜਿਹੜੀਆਂ ਉਹ ਅਸੀਮਤ ਨੇ। ਇੱਕ ਲੋੜ ਖਤਮ ਹੋ ਗਈ ਤਾਂ ਸਾਡੀ ਨਵੀਂ ਲੋੜ ਪੈਦਾ ਹੋ ਜਾਂਦੀ ਹੈ। ਅਤੇ ਇਹਨਾਂ ਲੋੜਾਂ ਨੂੰ ਜਿਹੜੀਆਂ ਪੂਰੀਆਂ ਕਰਨ ਵਾਲੇ ਸਾਡੇ ਕੋਲ ਸਾਧਨ ਹੈ, ਜਿਹੜੇ ਕਿ ਅਸੀਂ ਕਮਾਈ ਕਰਦੇ ਹਾਂ, ਸਾਨੂੰ ਪੈਸਾ ਮਿਲਦਾ ਹੈ, ਉਹ ਸਾਡੇ ਕੋਲ ਸੀਮਤ ਹੈਗਾ। ਜਿਵੇਂ ਸਾਡੇ ਕੋਲ ਘਰੇ ਮੰਨ ਲਓ ਦੁੱਧ ਹੈ, ਤਾਂ ਦੁੱਧ ਸਾਡੇ ਕੋਲ ਸੀਮਤ ਹੈ, ਉਨੀ ਮਾਤਰਾ 'ਚ ਹੀ ਸਾਨੂੰ ਰੋਜ਼ਾਨਾ ਮਿਲਦਾ ਹੈ। ਪਰ ਦੁੱਧ ਤੋਂ ਸਾਨੂੰ ਬਹੁਤ ਤਰ੍ਹਾਂ ਦੀਆਂ ਚੀਜ਼ਾਂ, ਜਿਵੇਂ ਸਾਨੂੰ ਦਹੀਂ ਵੀ ਚਾਹੀਦੀ ਹੈ, ਲੱਸੀ ਵੀ ਚਾਹੀਦੀ ਹੈ, ਮੱਖਣ, ਪਨੀਰ, ਮਠਾਈ, ਸਾਨੂੰ ਸਭ ਕੁਝ ਚਾਹੀਦਾ। ਇਸ ਤਰ੍ਹਾਂ ਤੁਸੀਂ ਸਾਧਨ ਬੱਚੋ ਸਮਝ ਗਏ ਹੋਵੋਗੇ। ਇਸ ਤੋਂ ਅਗਲਾ ਜਿਹੜਾ ਸਾਡਾ ਹੈਗਾ ਅਰਥ ਸ਼ਾਸਤਰ ਦੇ ਵਿੱਚ ਜਿਹੜੀਆਂ ਸਾਡੀਆਂ ਮੁੱਢਲੀਆਂ ਧਾਰਨਾਵਾਂ ਨੇ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ। ਸਾਡੇ ਕੋਲ ਜਿਹੜੀ ਪਹਿਲੀ ਸਾਡੀ ਧਾਰਨਾ ਆਈ ਹੈ ਉਹ ਹੈਗੀ ਵਸਤਾਂ। ਵਸਤਾਂ ਬੱਚੋ ਛੂਹਣਯੋਗ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਹੜੀਆਂ ਸਾਡੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਨੇ। ਜਿਵੇਂ ਪੱਖਾ, ਰੇਡੀਓ, ਮੋਬਾਇਲ, ਟੀਵੀ, ਕੋਈ ਖਾਣ ਪਾਣ ਵਾਲੀ ਚੀਜ਼, ਜਿਨ੍ਹਾਂ ਨੂੰ ਵੀ ਅਸੀਂ ਛੂਹ ਸਕਦੇ ਹਾਂ। ਇਸ ਤੋਂ ਬਾਅਦ ਦੂਜੀਆਂ ਸਾਡੇ ਕੋਲ ਆ ਗਈਆਂ ਸਾਡੀਆਂ ਸੇਵਾਵਾਂ। ਇਹ ਸੇਵਾਵਾਂ ਨੇ ਜਿਹੜੀਆਂ ਇਹ ਵੀ ਸਾਡੀ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਨੇ, ਪਰ ਇਹਨਾਂ ਦੀ ਕੋਈ ਭੌਤਿਕਤਾ ਨਹੀਂ ਹੁੰਦੀ, ਇਹਨਾਂ ਨੂੰ ਅਸੀਂ ਛੂਹ ਨਹੀਂ ਸਕਦੇ। ਜਿਵੇਂ ਅਧਿਆਪਕ ਆ ਜਿਹੜਾ ਉਹ ਬੱਚਿਆਂ ਨੂੰ ਪੜ੍ਹਾਉਂਦਾ, ਡਾਕਟਰ ਆ ਜਿਹੜਾ ਇਲਾਜ ਕਰਦਾ, ਇੰਜੀਨੀਅਰਿੰਗ ਆ ਜਿਹੜੇ ਇੰਜੀਨੀਅਰ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਆ। ਇਸੇ ਤਰ੍ਹਾਂ ਅਗਲਾ ਜਿਹੜਾ ਸਾਡੀ ਆ ਗਈ ਉਹ ਹੈ ਸਾਡੀ ਉਪਯੋਗਤਾ, ਜਿਹਦੇ ਵਿੱਚ ਅਸੀਂ ਕਿਸੇ ਵਸਤੂ ਜਾਂ ਸੇਵਾ, ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਉਹਦੇ ਵਿੱਚ ਸਮਰੱਥਾ ਹੋਵੇ। ਜਿਵੇਂ ਸਾਡੀ ਭੁੱਖ ਨੂੰ ਮਿਟਾਉਣ ਦੀ ਸਮਰੱਥਾ ਸਾਡੀ ਰੋਟੀ ਵਿੱਚ ਹੈ, ਅਤੇ ਸਾਡੀ ਪਿਆਸ ਨੂੰ ਬੁਝਾਉਣ ਦੀ ਸਮਰੱਥਾ ਹਾਂਜੀ ਪਾਣੀ ਵਿੱਚ ਹੈ। ਇਹ ਹੈਗਾ ਸਾਡਾ ਉਪਯੋਗਤਾ। ਇਸ ਤੋਂ ਅਗਲੀ ਜਿਹੜੀ ਸਾਡੇ ਕੋਲ ਹੈ ਉਹ ਹੈਗੀ ਕੀਮਤ। ਕੀਮਤ ਤੋਂ ਭਾਵ ਕਿਸੇ ਵਸਤੂ ਜਾਂ ਸੇਵਾ ਜਿਹੜੀਆਂ ਆਪਾਂ ਗੱਲ ਕੱਢ ਕੇ ਹਟੇ ਹਾਂ ਬੱਚੋ, ਉਹ ਤੋਂ ਸਮਝ ਲਿਆ ਕਰੋ ਤੁਸੀਂ। ਸੇਵਾਵਾਂ ਤੋਂ ਵਸਤੂ ਜਾਂ ਸੇਵਾ ਦਾ ਮੁੱਲ ਹੈ, ਜਿਹਨੂੰ ਅਸੀਂ ਮੁਦਰਾ ਦੇ ਰੂਪ ਵਿੱਚ, ਪੈਸੇ ਦੇ ਰੂਪ ਵਿੱਚ ਦਿੰਦੇ ਹਾਂ। ਜਿਵੇਂ ਇਸ ਪੈਨ ਦੀ ਕੀਮਤ ਅਸੀਂ ਕਿੰਨੀ ਕਹਾਂਗੇ? 5 ਰੁਪਏ। ਹਾਂਜੀ। ਇਸ ਤੋਂ ਅਗਲਾ ਜਿਹੜਾ ਸਾਡੇ ਕੋਲ ਆ ਗਿਆ ਪੰਜਵਾਂ, ਉਹ ਹੈ ਸਾਡਾ ਧਨ। ਜਿਹੜੀਆਂ ਅਜਿਹੀਆਂ ਸਾਰੀਆਂ ਵਸਤੂਆਂ ਜਾਂ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਅਸੀਂ ਕੀਮਤ ਦਿੰਦੇ ਹਾਂ, ਸਾਨੂੰ ਕੀਮਤ ਦੇਣੀ ਪੈਂਦੀ ਹੈ ਉਹਨਾਂ ਨੂੰ ਮਾਨਣ ਲਈ। ਜਿਵੇਂ ਕਿਤਾਬ, ਪੈਨ, ਅਧਿਆਪਕ ਵੱਲੋਂ ਵਿਦਿਆਰਥੀ ਨੂੰ ਪੜ੍ਹਾਉਣਾ ਆਦਿ, ਇਹਨਾਂ ਸਾਰਿਆਂ ਦਾ ਕੀ ਹੈਗਾ? ਮੁੱਲ ਹੁੰਦਾ ਹੈਗਾ। ਇਹ ਕੀ ਨੇ? ਸਾਡੇ ਕੋਲੇ ਧਨ ਨੇਗੇ। ਅੱਗੇ ਸਾਡੇ ਕੋਲੇ ਬੱਚੋ ਸਾਡਾ 6ਵਾਂ ਆ ਗਿਆ ਮੁਦਰਾ। ਮੁਦਰਾ ਮਤਲਬ ਸਾਡਾ ਰੁਪਈਆ, ਸਾਡੀ ਕਰੰਸੀ, ਪੈਸਾ ਸਾਡਾ। ਇਹ ਸਰਕਾਰ ਵੱਲੋਂ ਪ੍ਰਮਾਣਿਤ ਵਸਤੂ ਹੈ ਜਿਹਦੇ ਨਾਲ ਅਸੀਂ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ, ਵਟਾਂਦਰਾ ਕਰਦੇ ਹਾਂ। ਇਹ ਰੁਪਈਆਂ ਦੇ ਵਿੱਚ, ਸਿੱਕਿਆਂ ਦੇ ਵਿੱਚ ਅਤੇ ਚੈੱਕਾਂ ਦੇ ਰੂਪ ਵਿੱਚ ਹੁੰਦੀ ਹੈਗੀ। ਅਗਲੀ ਸਾਡੀ ਜਿਹੜੀ ਆ ਗਈ ਮੰਗ, ਉਹ ਹੈਗੀ ਸਾਡੀ ਮੰਗ। 7 ਨੰਬਰ 'ਤੇ ਸਾਡਾ ਨੰਬਰ ਹੈਗਾ ਜਿਹੜਾ ਉਹ ਹੈਗਾ ਮੰਗ। ਮੰਗ ਹੈਗੀ ਸਾਡੀ ਇੱਕ ਵਸਤੂ ਦੀ ਮਾਤਰਾ ਨੂੰ ਦਰਸਾਉਂਦੀ ਹੈ, ਵੀ ਜਿਸ ਨੂੰ ਕੋਈ ਉਪਭੋਗੀ, ਉਹਨੂੰ ਭੋਗਣ ਵਾਲਾ ਇੱਕ ਨਿਸ਼ਚਿਤ ਸਮੇਂ 'ਤੇ, ਉਸ ਸਮੇਂ 'ਤੇ ਹਰ ਸੰਭਵ ਕੀਮਤ 'ਤੇ ਖਰੀਦਣ ਦਾ ਇੱਛੁਕ ਹੁੰਦਾ ਅਤੇ ਯੋਗ ਵੀ ਹੁੰਦਾ, ਉਹਨੂੰ ਅਸੀਂ ਕਹਿੰਦੇ ਹਾਂ ਮੰਗ। ਜਿਵੇਂ ਕੋਈ ਵਿਅਕਤੀ 1 ਰੁਪਏ ਦੀ ਇੱਕ ਚੋਕਲੇਟ ਹੈ, ਤਾਂ ਕੋਈ ਵਿਅਕਤੀ ਹੈ ਜਿਹੜਾ ਉਹ 1 ਰੁਪਏ ਦੇ ਹਿਸਾਬ ਨਾਲ 5 ਚੋਕਲੇਟਾਂ ਖਰੀਦਣ ਲਈ ਤਿਆਰ ਹੁੰਦਾ ਹੈ, ਤਾਂ ਉਸ ਸਮੇਂ ਉਹਦੀ ਮੰਗ ਕਿੰਨੀ ਹੋਊਗੀ? ਹਾਂਜੀ 5 ਚੋਕਲੇਟ ਬੱਚੇ ਉਹਦੀ ਮੰਗ ਹੋਊਗੀ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਾਡੀ 8ਵਾਂ ਸਾਡਾ ਪੂਰਤੀ।
ਪੂਰਤੀ ਤੋਂ ਭਾਵ ਹੈ ਵਸਤੂ ਦੀ ਉਹ ਮਾਤਰਾ ਜਿਹਨੂੰ ਵੇਚਣ ਵਾਲਾ ਇੱਕ ਨਿਸ਼ਚਿਤ ਸਮੇਂ ਤੇ ਨਿਸ਼ਚਿਤ ਕੀਮਤ 'ਤੇ ਵੇਚਣ ਲਈ ਤਿਆਰ ਹੁੰਦਾ ਹੈਗਾ, ਉਹ ਹੁੰਦੀ ਹੈ ਪੂਰਤੀ। ਜਿਵੇਂ ਕਿਸੇ ਵਸਤੂ ਦੀ ਕੀਮਤ ਵੱਧ ਜਾਂਦੀ ਹੈ ਤਾਂ ਵੇਚਣ ਵਾਲਾ ਉਹ ਵਸਤਾਂ ਨੂੰ ਜ਼ਿਆਦਾ ਬਾਜ਼ਾਰ 'ਚ ਲਿਆਉਂਦਾ ਹੈ, ਅਤੇ ਜਦੋਂ ਉਹਦੀ ਕੀਮਤ ਘਟ ਜਾਂਦੀ ਹੈ ਤਾਂ ਵੇਚਣ ਵਾਲਾ ਜਿਹੜਾ ਉਹਦੀ ਪੂਰਤੀ ਵੀ ਉਹ ਵੇਚਣ ਵਾਲਾ ਵੀ ਉਹਨੂੰ ਘਟਾ ਦਿੰਦਾ ਹੈ। ਜਿਵੇਂ ਜੇ ਕੋਈ ਚੋਕਲੇਟ 5 ਰੁਪਏ ਦੀ ਮਿਲਦੀ ਹੋਵੇ ਤਾਂ ਵੇਚਣ ਵਾਲਾ ਉਹਨੂੰ ਘੱਟ ਵੇਚ ਕੇ ਖੁਸ਼ ਹੁੰਦਾ। ਜੇ ਉਹੀ 10 ਰੁਪਏ ਦੀ ਵਿਕਣ ਲੱਗ ਜੇ ਫਿਰ ਉਹ ਉਸਨੂੰ ਜ਼ਿਆਦਾ ਵੇਚਦਾ ਹੈਗਾ। ਇਸ ਤੋਂ ਬਾਅਦ ਸਾਡਾ ਜਿਹੜਾ 9ਵਾਂ ਹੈ ਉਹ ਆ ਗਈ ਸਾਡੀ ਧਾਰਨਾ ਬਾਜ਼ਾਰ ਜਾਂ ਮੰਡੀ। ਇਹ ਬਾਜ਼ਾਰ ਜਾਂ ਮੰਡੀ ਉਹ ਹੁੰਦੀ ਹੈ ਜਿੱਥੇ ਖਰੀਦਣ ਵਾਲਾ ਅਤੇ ਵੇਚਣ ਵਾਲਾ ਆਪਸ ਵਿੱਚ ਮਿਲਦੇ ਨੇ ਅਤੇ ਇੱਕ ਦੂਜੇ ਦੀਆਂ ਚੀਜ਼ਾਂ ਖਰੀਦਦੇ ਅਤੇ ਵੇਚਦੇ ਨੇਗੇ। ਇਹ ਜ਼ਰੂਰੀ ਨਹੀਂ ਬੱਚਿਓ ਅੱਜ ਕੱਲ੍ਹ ਦੇ ਸਮੇਂ ਸਾਨੂੰ ਬਾਜ਼ਾਰ ਜਾਣ ਦੀ ਲੋੜ ਪਵੇ। ਅੱਜ ਕੱਲ੍ਹ ਇਹ ਚੀਜ਼ਾਂ ਟੈਲੀਫੋਨ ਰਾਹੀਂ ਜਾਂ ਔਨਲਾਈਨ ਰਾਹੀਂ ਵੀ ਸਾਡੇ ਖਰੀਦਦਾਰੀ ਦਾ ਰੁਝਾਨ ਆ ਜਿਹੜਾ ਅੱਜ ਕੱਲ੍ਹ ਉਹ ਬਹੁਤ ਵੱਧ ਗਿਆ ਹੈਗਾ, ਜਿਹਨੂੰ ਅਸੀਂ ਔਨਲਾਈਨ ਸ਼ੋਪਿੰਗ ਵੀ ਕਹਿ ਦਿੰਦੇ ਹਾਂ। 10ਵਾਂ ਸਾਡਾ ਬੱਚਿਓ ਇਹਦੇ 'ਚ ਪੁਆਇੰਟ ਆ ਗਿਆ ਲਾਗਤ। ਲਾਗਤ ਹੁੰਦੀ ਹੈ ਸਾਡੀ ਜਦੋਂ ਕਿਸੇ ਚੀਜ਼ ਨੂੰ ਅਸੀਂ ਉਤਪਾਦਨ ਮਤਲਬ ਉਹਨੂੰ ਤਿਆਰ ਕਰਨਾ, ਜਦੋਂ ਅਸੀਂ ਕਿਸੇ ਚੀਜ਼ ਨੂੰ ਤਿਆਰ ਕਰਨ ਤੋਂ ਲੈ ਕੇ ਵਿਕਰੀ ਕਰਨ ਜਾਣੀ ਕਿ ਵੇਚਣ ਤੱਕ ਮੁਦਰਾ ਦੇ ਰੂਪ ਵਿੱਚ ਉਹਦੇ 'ਤੇ ਜੋ ਪੈਸਾ ਖਰਚ ਕਰਦੇ ਹਾਂ ਉਹਨੂੰ ਅਸੀਂ ਉਹਦੀ ਲਾਗਤ ਕਹਿੰਦੇ ਹਾਂ। ਜਿਵੇਂ ਪਹਿਲਾਂ ਅਸੀਂ ਕੱਚਾ ਮਾਲ ਖਰੀਦਦੇ ਹਾਂ, ਫਿਰ ਉਹਦੀ ਮਜ਼ਦੂਰੀ ਵੀ ਦਿੰਦੇ ਹਾਂ, ਉਹਦੇ ਬਿਜਲੀ ਦਾ ਬਿੱਲ ਵੀ ਆਉਂਦਾ ਸਾਡਾ, ਅਤੇ ਫਿਰ ਉਹਨੂੰ ਬਾਜ਼ਾਰਾਂ ਤੱਕ ਪਹੁੰਚਾਉਣ ਦਾ ਵੀ ਸਾਡਾ ਜਿਹੜਾ ਖਰਚਾ ਉਹ ਸਾਰਾ ਲਗਾ ਕੇ ਆ ਜਿਹੜਾ ਸਾਡਾ ਉਹ ਹੈਗੀ ਸਾਡੀ ਲਾਗਤ। ਅਗਲਾ ਸਾਡੇ ਕੋਲੇ ਬੱਚਿਓ ਅਗਲਾ ਸਾਡਾ 11ਵਾਂ ਪੁਆਇੰਟ ਹੈ ਉਹ ਹੈ ਸਾਡੀ ਆਮਦਨ। ਜਦੋਂ ਅਸੀਂ ਕਿਸੇ ਵੀ ਵਸਤੂ ਨੂੰ ਜਾਂ ਸਾਡੀਆਂ ਸੇਵਾਵਾਂ ਨੂੰ ਵੇਚਦੇ ਹਾਂ, ਉਹਨਾਂ ਨੂੰ ਵੇਚਣ 'ਤੇ ਸਾਨੂੰ ਜਿਹੜੀ ਰਾਸ਼ੀ ਮਿਲਦੀ ਹੈ ਉਹਨੂੰ ਅਸੀਂ ਆਮਦਨ ਕਹਿ ਦਿੰਦੇ ਹਾਂ। ਜਿਵੇਂ ਕੋਈ ਮਜ਼ਦੂਰ ਪੂਰਾ ਦਿਨ ਮਜ਼ਦੂਰੀ ਕਰਦਾ ਹੈ ਅਤੇ ਉਹਨੂੰ ਮਾਲਕ ਉਹਦਾ 400 ਰੁਪਈਆ ਦਿੰਦਾ ਹੈ, ਤਾਂ ਉਹ 400 ਰੁਪਈਆ ਜਿਹੜਾ ਉਸ ਮਜ਼ਦੂਰ ਦੀ ਆਮਦਨ ਹੈਗੀ। ਅੱਗੇ ਸਾਡੇ ਕੋਲੇ 12ਵਾਂ ਜਿਹੜੀ ਸਾਡੀ ਧਾਰਨਾ ਆ ਗਈ ਉਹ ਹੈਗੀ ਆਰਥਿਕ ਕਿਰਿਆਵਾਂ। ਆਰਥਿਕ ਬੱਚਿਓ ਨਾਂ ਤੋਂ ਹੀ ਸਾਨੂੰ ਪਤਾ ਲੱਗੀ ਜਾਂਦਾ ਹੈ ਜਿਹੜੀਆਂ ਕਿ ਪੈਸੇ ਕਮਾਉਣ ਲਈ ਕਰਦੇ ਹਾਂ ਅਸੀਂ। ਸਾਡੇ ਕੋਲ ਜਿਹੜੇ ਸੀਮਤ ਸਾਡੇ ਸਾਧਨ ਨੇ ਕਮਾਈ ਦੇ, ਉਹਨਾਂ ਰਾਹੀਂ ਅਸੀਂ ਆਪਣੀਆਂ ਅਸੀਮਤ ਲੋੜਾਂ ਨੂੰ ਪੂਰੀਆਂ ਕਰਨ ਲਈ ਕੁਝ ਕਿਰਿਆਵਾਂ ਕਰਦੇ ਹਾਂ। ਇਹ ਕਿਰਿਆਵਾਂ ਅਸੀਂ ਧਨ ਕਮਾਉਣ ਲਈ ਕਰਦੇ ਹਾਂ, ਜਿਵੇਂ ਅਧਿਆਪਕਾਂ ਦੁਆਰਾ ਸਕੂਲ 'ਚ ਪੜ੍ਹਾਉਣਾ, ਡਾਕਟਰਾਂ ਦੁਆਰਾ ਮਰੀਜ਼ਾਂ ਦਾ ਇਲਾਜ ਕਰਨਾ, ਇਹ ਸਾਡੀਆਂ ਆਰਥਿਕ ਕਿਰਿਆਵਾਂ ਨੇ। ਅਗਲੀਆਂ ਸਾਡੀਆਂ ਜਿਹੜਾ ਸਾਡੀ 13ਵੀਂ ਧਾਰਨਾ ਹੈਗੀ ਉਹ ਹੈਗੀ ਸਾਡੀ ਅਣ ਆਰਥਿਕ ਕਿਰਿਆਵਾਂ। ਇਹ ਕਿਰਿਆਵਾਂ ਉਹ ਹੁੰਦੀਆਂ ਬੱਚਿਓ ਜਿਨ੍ਹਾਂ ਲਈ ਅਸੀਂ ਪੈਸੇ ਕਮਾਉਣ ਦਾ ਸਾਡਾ ਮਕਸਦ ਨਹੀਂ ਹੁੰਦਾ, ਸਾਡਾ ਉਦੇਸ਼ ਆ ਜਿਹੜਾ ਉਹ ਧਨ ਪ੍ਰਾਪਤ ਕਰਨਾ ਨਹੀਂ ਹੁੰਦਾ। ਇਹ ਸਾਡੀਆਂ ਦੇਸ਼ ਭਗਤੀ, ਪਰਿਵਾਰ ਕਲਿਆਣ, ਸਮਾਜ ਸੇਵਾ, ਸਿਹਤ, ਮਨੋਰੰਜਨ ਆਦਿ ਨਾਲ ਸੰਬੰਧਿਤ ਵੀ ਹੋ ਸਕਦੀਆਂ ਨੇ। ਅਤੇ ਉਦਾਹਰਣ ਵਜੋਂ ਅਸੀਂ ਲੈ ਸਕਦੇ ਹਾਂ ਜਿਵੇਂ ਕੋਈ ਅਧਿਆਪਕ ਆਪਣੇ ਬੱਚੇ ਨੂੰ ਪੜ੍ਹਾਉਂਦਾ ਹੈ ਅਤੇ ਡਾਕਟਰ ਜਿਹੜਾ ਉਹ ਆਪਣੇ ਪਰਿਵਾਰ ਦਾ ਜਾਂ ਆਪਣੇ ਬੱਚੇ ਦਾ ਇਲਾਜ ਕਰਦਾ ਹੈਗਾ। ਇਹ ਸਾਡੀਆਂ ਆ ਗਈਆਂ ਬੱਚਿਓ ਮੁੱਢਲੀਆਂ ਧਾਰਨਾਵਾਂ। ਇਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਸਾਡਾ ਉਤਪਾਦਨ। ਉਤਪਾਦਨ ਸਾਡੀ ਉਹ ਆਰਥਿਕ ਕਿਰਿਆ ਹੈ ਜਿਹਦੇ ਰਾਹੀਂ ਅਸੀਂ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਵਿੱਚ ਵਾਧਾ ਕਰਦੇ ਹਾਂ। ਜਿਵੇਂ ਲੱਕੜ ਦਾ ਜਿਹੜਾ ਮੁੱਲ ਹੈ ਸਾਡੇ ਕੋਲੇ ਪਹਿਲਾਂ ਘੱਟ ਹੁੰਦਾ, ਪਰ ਜਦੋਂ ਤਰਖਾਣ ਉਹ ਤੋਂ ਸਾਨੂੰ ਮੇਜ਼, ਕੁਰਸੀ ਆਦਿ, ਇਸੇ ਤਰ੍ਹਾਂ ਘੁਮਿਆਰ ਮਿੱਟੀ ਤੋਂ ਭਾਂਡੇ ਅਤੇ ਹਲਵਾਈ ਦੁੱਧ ਮੈਦੇ ਵੇਸਣ ਤੋਂ ਸਾਨੂੰ ਮਠਾਈਆਂ ਬਣਾ ਦਿੰਦਾ ਹੈ, ਤਾਂ ਉਹਦੇ ਮੁੱਲ ਅਤੇ ਉਪਯੋਗਤਾ ਵਿੱਚ ਸਾਡੇ ਕੋਲ ਵਾਧਾ ਹੋ ਜਾਂਦਾ ਹੈਗਾ। ਇਹਦੀ ਵੀ ਸਾਡੇ ਕੋਲੇ ਉਤਪਾਦਨ ਦੇ ਵੀ ਸਾਡੇ ਸਾਧਨ ਨੇਗੇ। ਇਹਦਾ ਤੁਸੀਂ ਦੇਖ ਸਕਦੇ ਹੋ ਬੱਚੋ ਮਾਈਂਡ ਮੈਪ 'ਚ ਵੀ, ਔਰ ਅਸੀਂ ਇਹਦੀਆਂ ਤਸਵੀਰਾਂ ਵੀ ਦਿੱਤੀਆਂ ਨੇ। ਪਹਿਲੀ ਸਾਡੇ ਕੋਲੇ ਸਾਡੀ ਜਿਹੜੀ ਹੈਗੀ ਆ ਉਹ ਹੈਗੀ ਭੂਮੀ, ਫਿਰ ਸਾਡੇ ਕੋਲੇ ਹੈਗੀ ਕਿਰਤ, ਅਤੇ ਫਿਰ ਸਾਡੇ ਕੋਲੇ ਹੈ ਪੂੰਜੀ, ਅਤੇ ਚੌਥਾ ਸਾਡੇ ਕੋਲੇ ਹੈਗਾ ਉਦਮੀ। ਇਹਨਾਂ ਨੂੰ ਇਕੱਲੇ ਨੂੰ ਵੀ ਬੱਚਿਓ ਅਸੀਂ ਮਾਈਂਡ ਮੈਪ 'ਚ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਭੂਮੀ ਹੈ ਸਾਡੇ ਕੋਲੇ ਸਾਨੂੰ ਕੁਦਰਤ ਵੱਲੋਂ ਮਿਲੀ ਹੋਈ ਹੈ, ਇਹ ਸਾਡੇ ਕੋਲੇ ਸੀਮਤ ਹੈਗੀ ਔਰ ਇਹ ਸਥਿਰ ਹੈਗੀ, ਅਤੇ ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਆ ਜਿਹੜੀ ਉਹ ਕਰਨ ਦੇ ਕਈ ਤਰੀਕੇ ਨੇ। ਜਿਵੇਂ ਇੱਕ ਸਾਲ ਵਿੱਚ ਕਿਸਾਨ ਨੇ ਕਈ ਜਿਹੜੇ 3 ਫਸਲਾਂ ਵੀ ਕੱਢ ਲੈਂਦੇ ਨੇ, ਦਾਲਾਂ ਬੀਜ ਲੈਂਦੇ ਨੇਗੇ। ਭੂਮੀ ਦੀ ਅਵਿਨਾਸ਼ਤਾ, ਸਾਨੂੰ ਭੂਮੀ ਦੀ ਜਿਹੜੀ ਅਵਿਨਾਸ਼ਤਾ ਨਹੀਂ ਕਰਨੀ ਚਾਹੀਦੀ। ਸਾਨੂੰ ਕੁਦਰਤੀ ਸੋਮਾ ਗਾ ਜਿਸ ਕਰਕੇ ਇਹਨੂੰ ਸਾਨੂੰ ਖਤਮ ਨਹੀਂ ਕਰਨਾ ਚਾਹੀਦਾ। ਇਹਦੇ ਆਕਾਰ ਨੂੰ ਤਾਂ ਅਸੀਂ ਬਦਲ ਸਕਦੇ ਹਾਂ।
ਅੱਗੇ ਆ ਗਿਆ ਪਿੰਡ ਦੇ ਕਿਸਾਨਾਂ ਵਿੱਚ ਭੂਮੀ ਦੀ ਵੰਡ। ਪਿੰਡ ਦੇ ਕਿਸਾਨਾਂ ਵਿੱਚ ਜਿਹੜੀ ਭੂਮੀ ਦੀ ਵੰਡ ਹੈ ਉਹ ਵੀ ਵੱਖ-ਵੱਖ ਹੁੰਦੀ ਹੈ। ਪਿੰਡਾਂ ਵਿੱਚ ਜੇ 20 ਪਰਿਵਾਰ ਜ਼ਿਆਦਾ ਵਾਹੀਯੋਗ ਭੂਮੀ ਦੇ ਮਾਲਕ ਆ ਤਾਂ 100 ਵਿਚਾਰੇ ਦਰਮਿਆਨੇ ਆ, ਅਤੇ ਕੁਝ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਕੋਲ ਖੇਤੀ ਕਰਨ ਲਈ ਭੂਮੀ ਨਹੀਂ ਹੈ, ਉਹ ਬਾਕੀਆਂ ਦੇ ਖੇਤਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਨੇਗੇ। ਅੱਗੇ ਆ ਗਿਆ ਸਾਡੇ ਕੋਲੇ ਖੇਤੀ ਉਤਪਾਦਨ ਦਾ ਜਿਹੜਾ ਮੁੱਖ ਸਾਧਨ ਵੀ ਸਾਡੇ ਕੋਲੇ ਬੱਚਿਓ ਉਹ ਭੂਮੀ ਹੈਗੀ। ਅੱਗੇ ਅਸੀਂ ਗੱਲ ਕਰਾਂਗੇ ਸਾਡੀ ਕਿਰਤ ਦੀ। ਕਿਰਤ ਦੇ ਵਿੱਚ ਇਹ ਕਿਰਿਆਸ਼ੀਲ ਹੈ ਜਿਹੜਾ ਸਾਧਨ ਹੈਗਾ, ਅਤੇ ਇਹਦੀ ਪੂਰਤੀ ਹੈ ਜਿਹੜੀ ਉਹਨੂੰ ਅਸੀਂ ਵਧਾ ਅਤੇ ਘਟਾ ਸਕਦੇ ਹਾਂ। ਭਾਰਤ ਵਿੱਚ ਸਾਡੇ ਕਿਰਤੀਆਂ ਦੀ ਜਨਸੰਖਿਆ ਵੱਧ ਹੈ। ਕਿਰਤ ਨੂੰ ਅਸੀਂ ਵੇਚ ਅਤੇ ਖਰੀਦ ਵੀ ਸਕਦੇ ਹਾਂ। ਕਿਰਤ ਹੈ ਜਿਹੜੀ ਸਾਡੀ ਉਹ ਗਤੀਸ਼ੀਲ ਹੈਗੀ। ਅੱਗੇ ਅਸੀਂ ਗੱਲ ਕਰਾਂਗੇ ਬੱਚਿਓ ਪੂੰਜੀ ਦੀ। ਪੂੰਜੀ ਦੇ ਮਾਈਂਡ ਮੈਪ ਵਿੱਚ ਅਸੀਂ ਦੇਖ ਸਕਦੇ ਹਾਂ ਇਹ ਮਨੁੱਖੀ ਕਿਰਤ ਦਾ ਸਾਧਨ ਹੈ, ਇਹ ਉਤਪਾਦਨ ਦਾ ਗੌਣ ਸਾਧਨ ਹੈ। ਪੂੰਜੀ ਹਸਤਾਂਤਰਿਕ ਹੁੰਦੀ ਹੈ, ਪੂੰਜੀ ਦੀ ਘਸਾਈ ਵੀ ਹੁੰਦੀ ਹੈਗੀ। ਅੱਗੇ ਅਸੀਂ ਗੱਲ ਕਰਾਂਗੇ ਬੱਚਿਓ ਉਦਮੀ ਦੀ। ਉਦਮੀ ਹੈਗਾ ਜਿਹੜਾ ਉਹ ਲਾਭ ਦੇ ਉਦੇਸ਼ ਨਾਲ ਕੰਮ ਕਰਦਾ ਹੈ, ਉਹ ਜੋਖਮ ਵੀ ਉਠਾਉਂਦਾ ਹੈ, ਅਤੇ ਜਿਹੜੇ ਬਾਕੀ ਸਾਰੇ ਸਾਧਨ ਨੇਗੇ ਜਿਵੇਂ ਭੂਮੀ, ਕਿਰਤ, ਪੂੰਜੀ, ਇਹਨਾਂ ਨਾਲ ਤਾਲਮੇਲ ਕਰਕੇ ਉਤਪਾਦਨ ਕਰਦਾ ਹੈਗਾ। ਇਸ ਤੋਂ ਬਾਅਦ ਆ ਗਈਆਂ ਬੱਚੋ ਖੇਤੀ ਸਹਾਇਕ ਅਤੇ ਗੈਰ ਖੇਤੀ ਕਿਰਿਆਵਾਂ। ਪਿੰਡਾਂ ਦੇ ਵਿੱਚ ਬੇਜ਼ਮੀਨੇ ਲੋਕ ਜਾਂ ਖੇਤੀ ਦੇ ਨਾਲ ਨਾਲ ਜਿਹੜੇ ਕੁਝ ਕਿਸਾਨ ਨੇ ਉਹ ਖੇਤੀ ਦੇ ਨਾਲ ਸਹਾਇਕ ਅਤੇ ਗੈਰ ਖੇਤੀ ਕਿਰਿਆਵਾਂ ਵੀ ਕਰ ਰਹੇ ਆ, ਜਿਹਦੇ ਵਿੱਚੋਂ ਕੁਝ ਪਰਿਵਾਰ ਨੇ ਜਿਹੜੇ ਮੁਰਗੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਜਾਂ ਫਿਰ ਪਸ਼ੂਆਂ ਨੂੰ ਪਾਲਣ, ਜਾਂ ਫਿਰ ਕੁਝ ਨੇ ਜਿਹੜੇ ਸ਼ੱਕਰ ਅਤੇ ਗੁੜ ਬਣਾਉਂਦੇ ਆ। ਕੋਈ ਦਵਾਈਆਂ ਦੀ ਦੁਕਾਨ ਖੋਲ੍ਹ ਲੈਂਦਾ ਹੈ, ਕੋਈ ਕਰਿਆਨੇ ਦੀ ਦੁਕਾਨ ਖੋਲ੍ਹ ਲੈਂਦਾ ਹੈ, ਕੋਈ ਆਪਣੇ ਰਿਕਸ਼ੇ, ਟਾਂਗੇ ਜਾਂ ਬੈਲ ਗੱਡੀਆਂ ਰਾਹੀਂ ਲੋਕਾਂ ਦਾ ਚੀਜ਼ਾਂ ਅਤੇ ਵਸਤੂਆਂ ਨੂੰ ਇੱਧਰੋਂ ਉੱਧਰ ਪਹੁੰਚਾਉਂਦੇ ਨੇ। ਇਹ ਜਿਹੜਾ ਗੈਰ ਖੇਤੀ ਦਾ ਖੇਤਰ ਆ ਸਾਡੇ ਕੋਲੇ ਬਹੁਤ ਵੱਡਾ ਨਹੀਂ ਹੈਗਾ, ਬਹੁਤ ਘੱਟ ਲੋਕ ਹੀ ਆ ਜਿਹੜੇ ਗੈਰ ਖੇਤੀ ਕਿਰਿਆਵਾਂ ਵਿੱਚ ਭਾਗ ਲੈਂਦੇ ਨੇਗੇ। ਇਸ ਤਰ੍ਹਾਂ ਨਾਲ ਬੱਚੋ ਇਹ ਜਿਹੜਾ ਸਾਡਾ ਲੈਸਨ ਹੈਗਾ ਇਹ ਪੂਰਾ ਹੋ ਗਿਆ। ਇਸ ਤੋਂ ਬਾਅਦ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਆਂਗੇ। ਸਾਡੇ ਕੋਲੇ ਪਹਿਲਾਂ ਬੱਚੋ ਖਾਲੀ ਥਾਵਾਂ ਆ ਗਈਆਂ। ਇਹਨਾਂ ਨੂੰ ਖਾਲੀ ਥਾਵਾਂ ਨੂੰ ਤੁਸੀਂ ਆਪਣੀਆਂ ਕਿਤਾਬਾਂ ਦੇ ਉੱਪਰ ਟਿਕ ਕਰ ਲੈਣਾ। ਇਸ ਤੋਂ ਬਾਅਦ ਸਾਡੇ ਕੋਲ ਆ ਗਏ ਬਹੁ ਵਿਕਲਪੀ ਪ੍ਰਸ਼ਨ। ਇਹਨਾਂ ਦੇ ਆਨਸਰ ਆ ਜਿਹੜੇ ਤੁਸੀਂ ਟਿਕ ਕਰ ਲੈਣੇ ਬੱਚਿਓ। ਉਸ ਤੋਂ ਬਾਅਦ ਅਸੀਂ ਅੱਗੇ ਕਰਾਂਗੇ ਸਹੀ ਗਲਤ। ਇਸ ਤੋਂ ਅੱਗੇ ਸਾਡੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ। ਅਰਥ ਸ਼ਾਸਤਰ ਤੋਂ ਕੀ ਭਾਵ ਹੈ? ਭਾਰਤ ਦੇ ਪਿੰਡਾਂ ਦੀ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ? ਪਿੰਡਾਂ ਵਿੱਚ ਸਿੰਚਾਈ ਦੇ 2 ਮੁੱਖ ਸਾਧਨ ਕਿਹੜੇ ਹਨ? ਅਰਥ ਸ਼ਾਸਤਰ ਵਿੱਚ ਕਿਰਤ ਤੋਂ ਕੀ ਭਾਵ ਹੈ? ਇਸ ਤੋਂ ਅੱਗੇ ਸਾਡਾ ਪ੍ਰਸ਼ਨ ਆ ਗਿਆ ਅਗਲੇ। ਮਾਂ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣ ਦੀ ਕਿਰਿਆ ਕਿਰਤ ਹੈ ਜਾਂ ਨਹੀਂ? ਮਜ਼ਦੂਰਾਂ ਨੂੰ ਮਿਹਨਤਾਨਾ ਕਿਸ ਰੂਪ ਵਿੱਚ ਮਿਲਦਾ ਹੈ? ਪਿੰਡਾਂ ਦੇ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ 2 ਗੈਰ ਖੇਤੀ ਕਿਰਿਆਵਾਂ ਦੱਸੋ। ਵੱਡੇ ਅਤੇ ਛੋਟੇ ਕਿਸਾਨ ਖੇਤੀ ਲਈ ਪੂੰਜੀ ਕਿੱਥੋਂ ਪ੍ਰਾਪਤ ਕਰਦੇ ਹਨ? ਭੂਮੀ ਦੀ ਇੱਕ ਵਿਸ਼ੇਸ਼ਤਾ ਲਿਖੋ। ਮਜ਼ਦੂਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਿਉਂ ਕਰਦੇ ਹਨ? ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ? ਇਸ ਤੋਂ ਅੱਗੇ ਸਾਡੇ ਕੋਲੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ ਬੱਚਿਓ। ਪਹਿਲਾ ਪ੍ਰਸ਼ਨ ਹੈ ਸਾਡਾ, ਅਸੀਂ ਅਰਥ ਸ਼ਾਸਤਰ ਦਾ ਅਧਿਐਨ ਕਿਉਂ ਕਰਦੇ ਹਾਂ? ਆਰਥਿਕ ਕਿਰਿਆ ਕੀ ਹੈ? ਇੱਕ ਉਦਾਹਰਣ ਦਿਓ। ਸਿੰਚਾਈ ਲਈ ਟਿਊਬਵੈੱਲਾਂ ਦਾ ਲਗਾਤਾਰ ਪ੍ਰਯੋਗ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਜੇਕਰ ਬੱਚੋ ਤੁਹਾਡੇ ਜਲਦੀ ਨਹੀਂ ਨੋਟ ਕੀਤੇ ਜਾਂਦੇ ਤਾਂ ਤੁਸੀਂ ਵੀਡੀਓ ਨੂੰ ਪੌਜ਼ ਕਰ ਲਿਆ ਕਰੋ। ਪੌਜ਼ ਕਰਕੇ ਤੁਸੀਂ ਆਰਾਮ ਨਾਲ ਜਿਹੜੇ ਪ੍ਰਸ਼ਨਾਂ ਦੇ ਉੱਤਰ ਹੈ ਉਹ ਨੋਟ ਕਰ ਸਕਦੇ ਹੋ। ਅਗਲਾ ਪ੍ਰਸ਼ਨ ਹੈ ਸਾਡਾ, ਬਹੁ ਫਸਲੀ ਵਿਧੀ ਕੀ ਹੈ? ਸਪਸ਼ਟ ਕਰੋ। ਭੂਮੀ ਦੇ ਟੁਕੜੇ 'ਤੇ ਜ਼ਿਆਦਾ ਪੈਦਾਵਾਰ ਕਰਨ ਦੇ 2 ਤਰੀਕੇ ਦੱਸੋ। ਅਗਲਾ ਸਾਡਾ ਪ੍ਰਸ਼ਨ ਹੈ, ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਕਿਵੇਂ ਸੰਭਵ ਹੋਈ? ਭੂਮੀ ਉੱਪਰ ਆਧੁਨਿਕ ਖੇਤੀ ਤਰੀਕਿਆਂ ਅਤੇ ਟਿਊਬਵੈੱਲ ਸਿੰਚਾਈ ਦੇ ਕੀ ਹਾਨੀਕਾਰਕ ਪ੍ਰਭਾਵ ਪਏ? ਪਿੰਡ ਦੇ ਕਿਸਾਨਾਂ ਵਿੱਚ ਭੂਮੀ ਕਿਸ ਪ੍ਰਕਾਰ ਵੰਡੀ ਹੋਈ ਹੈ? ਪਿੰਡ ਵਿੱਚ ਖੇਤੀ ਲਈ ਕਿਰਤ ਦੇ 2 ਸਰੋਤ ਦੱਸੋ। ਵੱਡੇ ਅਤੇ ਦਰਮਿਆਨੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ? ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਅੰਤਰ ਕਰੋ। ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ?
ਛੋਟੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ? ਵੱਡੇ ਕਿਸਾਨ ਵਾਧੂ ਹੋਏ ਖੇਤੀ ਉਤਪਾਦਾਂ ਦਾ ਕੀ ਕਰਦੇ ਹਨ? ਭਾਰਤ ਦੇ ਪਿੰਡਾਂ ਵਿੱਚ ਕਿਹੜੀਆਂ-ਕਿਹੜੀਆਂ ਗੈਰ ਖੇਤੀ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ? ਪਿੰਡਾਂ ਵਿੱਚ ਹੋਰ ਗੈਰ ਖੇਤੀ ਉਤਪਾਦਨ ਕਿਰਿਆਵਾਂ ਸ਼ੁਰੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ? ਫਸਲ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾੜਨ ਨਾਲ ਜ਼ਮੀਨ ਦੀ ਗੁਣਵੱਤਾ ਵਿੱਚ ਨਿਘਾਰ ਕਿਉਂ ਆਉਂਦਾ ਹੈ? ਤੁਸੀਂ ਬੱਚਿਓ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਜਿਹੜੀ ਵੀ ਕੋਈ ਨਵੀਂ ਵੀਡੀਓ ਅਸੀਂ ਅਪਲੋਡ ਕਰਦੇ ਹਾਂ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਉਹ ਤੁਹਾਡੇ ਕੋਲ ਤੁਰੰਤ ਪਹੁੰਚ ਜੇ ਅਤੇ ਤੁਸੀਂ ਆਪਣੇ ਕੰਮ ਹੈ ਜਿਹੜਾ ਆਪਣਾ ਪ੍ਰਸ਼ਨ ਉੱਤਰ ਹੈ ਲੈਸਨ ਦੇ ਉਹਨੂੰ ਆਰਾਮ ਨਾਲ ਸਮੇਂ ਸਿਰ ਨੋਟ ਕਰ ਸਕੋ। ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੀ ਵੀਡੀਓ ਲੈ ਕੇ ਜਲਦੀ ਹੀ ਮਿਲਾਂਗੇ।